ਮੌਨਸੂਨ ਪਹਿਲਾਂ ਆ ਗਈ ਜਾਂ ਕੋਲੇ ਦੀਆਂ ਖਾਣਾਂ ਦੇ ਵਿੱਚ ਪਾਣੀ ਭਰ ਗਿਆ ਸੰਕਟ ਤਾਂ ਅਸਲ ਦੇ ਵਿੱਚ ਇਹ ਸੰਕਟ ਕੀ ਹੈ? ਇਹ ਝੂਠ ਬੋਲਿਆ ਜਾ ਰਿਹਾ ਜਿਹੜਾ ਖਾਨਾਂ 'ਚ ਕੋਲੇ ਦੀਆਂ ਖਾਨਾਂ 'ਚ ਮੌਨਸੂਨ ਦੇ ਨਾਲ ਪਾਣੀ ਵਾਲਾ ਉਹ ਹਰ ਵਾਰ ਹੁੰਦਾ। ਉਹ ਕੋਈ ਨਵਾਂ ਨਹੀਂ ਹੈ, ਪਹਿਲੀ ਵਾਰ ਨਹੀਂ ਹੈ। ਅਸਲ 'ਚ ਇਹ ਮਿਸਮੈਨੇਜਮੈਂਟ ਆ। ਬਿਜਲੀ ਦੀ ਖਪਤ ਜ਼ਿਆਦਾ ਹੈ, ਸਟਾਕ ਹੈ ਨਹੀਂ। ਇਹ ਮੈਨੇਜਮੈਂਟ ਪਹਿਲਾਂ ਕਰਨੀ ਹੁੰਦੀ ਹੈ, ਉਹ ਕੀਤੀ ਨਹੀਂ ਗਈ। ਕਹਿੰਦੇ ਨਾ ਅੱਗਾ ਦੌੜ ਪਿੱਛਾ ਚੌੜ, ਅੱਗੇ ਨੂੰ ਭੱਜੀ ਚਲੋ ਪਿੱਛੇ ਪਤਾ ਨਹੀਂ ਕੀ ਹੋ ਰਿਹਾ ਹੈਗਾ। ਇਹ ਸੰਕਟ ਇਸ ਕਰਕੇ ਵੀ ਹੈ ਨੈਸ਼ਨਲੀ, ਜੇ ਦੇਖੋ, ਕਿਉਂਕਿ ਉੱਤਰ ਪ੍ਰਦੇਸ਼ 'ਚ ਚੋਣਾਂ ਨੇ, ਬੀਜੇਪੀ ਦੀ ਸਰਕਾਰ ਉੱਤਰ ਪ੍ਰਦੇਸ਼ 'ਚ, ਬੀਜੇਪੀ ਦੀ ਸਰਕਾਰ ਕੇਂਦਰ 'ਚ, ਤਾਂ ਉੱਥੇ ਕੋਟਾ ਵਧਾਇਆ ਹੋਇਆ ਹੈਗਾ। ਤਾਂ ਯਾਦਵਿੰਦਰ ਸਿੰਘ ਜੀ, ਬੜਾ ਰੌਲਾ ਪਾਇਆ ਜਾ ਰਿਹਾ ਸੰਕਟ ਬਾਰੇ। ਹਾਲਾਂਕਿ ਊਰਜਾ ਮੰਤਰੀ ਦਾ ਅਲੱਗ ਸਟੇਟਮੈਂਟ ਆਉਂਦੀ ਆ ਕਿ ਮੌਨਸੂਨ ਪਹਿਲਾਂ ਆ ਗਈ ਜਾਂ ਕੋਲੇ ਦੀਆਂ ਖਾਣਾਂ ਦੇ ਵਿੱਚ ਪਾਣੀ ਭਰ ਗਿਆ ਸੰਕਟ ਤਾਂ ਅਸਲ ਦੇ ਵਿੱਚ ਇਹ ਸੰਕਟ ਕੀ ਹੈ? ਸ਼ੁਰੂ ਕਰਾਂਗੇ ਪੰਜਾਬ ਤੋਂ। ਪੰਜਾਬ ਦੇ ਵਿੱਚ ਸੰਕਟ ਜੇ ਦੇਖੀਏ ਤਾਂ ਕੀ ਆ ਤੇ ਕਿੰਨਾ ਕਾ ਕਿਉਂ ਆ? ਦੇਖੋ, ਇਹ ਝੂਠ ਬੋਲਿਆ ਜਾ ਰਿਹਾ ਜਿਹੜਾ ਖਾਨਾਂ 'ਚ ਕੋਲੇ ਦੀਆਂ ਖਾਨਾਂ 'ਚ ਮੌਨਸੂਨ ਦੇ ਨਾਲ ਪਾਣੀ ਵਾਲਾ ਉਹ ਹਰ ਵਾਰ ਹੁੰਦਾ। ਉਹ ਕੋਈ ਨਵਾਂ ਨਹੀਂ ਹੈ, ਪਹਿਲੀ ਵਾਰ ਨਹੀਂ ਹੈ। ਅਸਲ 'ਚ ਇਹ ਮਿਸਮੈਨੇਜਮੈਂਟ ਆ। ਸਭ ਤੋਂ ਵੱਡੀ ਗੱਲ ਹੈ ਇੱਕ ਸਟਾਕ ਰੱਖਣ ਦੀ। ਅਸੀਂ ਕੋਲਾ ਇੰਪੋਰਟ ਕਰਦੇ ਹਾਂ, ਬਾਹਰੋਂ ਸਾਡੇ ਕੋਲ ਕੋਲਾ ਆਉਂਦਾ ਹੈਗਾ। ਉਹ ਕੋਲਾ ਅਸੀਂ ਇੰਡੋਨੇਸ਼ੀਆ ਤੋਂ, ਆਸਟ੍ਰੇਲੀਆ ਤੋਂ। ਇੱਕ ਤਾਂ ਇਸ ਵਾਰ ਉਹ ਨਹੀਂ ਕੀਤਾ ਗਿਆ। ਇਹਨਾਂ ਨੂੰ ਅਸਲ 'ਚ ਲੱਗਦਾ ਸੀਗਾ ਕਿ ਕਰੋਨਾ ਦੀ 3rd ਵੇਵ ਆਏਗੀ। ਜਿਵੇਂ 2nd ਵੇਵ ਦੇ ਟਾਈਮ ਲੋਕ ਘਰੇ ਬੈਠੇ ਰਹੇ, ਬਿਜਲੀ ਦੀ ਊਰਜਾ ਘੱਟ ਹੋਈ, ਉਸੇ ਤਰੀਕੇ ਨਾਲ ਲੱਗਦਾ ਸੀ ਕਿ 3rd ਵੇਵ ਆਏਗੀ, ਕੋਈ ਕੋਲੇ ਦਾ ਸੰਕਟ ਖੜਾ ਨਹੀਂ ਹੋਏਗਾ, ਬਿਜਲੀ ਦਾ ਸੰਕਟ ਖੜਾ ਨਹੀਂ ਹੋਏਗਾ। ਪਰ ਉਹ ਨਹੀਂ ਆਈ। ਬਿਜਲੀ ਦੀ ਖਪਤ ਜ਼ਿਆਦਾ ਹੈ, ਸਟਾਕ ਹੈ ਨਹੀਂ। ਪੰਜਾਬ ਦੇ ਅੰਦਰ ਸਟਾਕ 23 ਦਿਨਾਂ ਦਾ ਸਟਾਕ ਰੱਖਿਆ ਗਿਆ। ਜਦੋਂ ਕਿ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ, 2019 ਦੇ ਅੰਦਰ ਗੱਲ ਕਰੀਏ, ਤਾਂ 2019 ਦੇ ਜਿਹੜੇ ਅੰਕੜੇ ਨੇ ਉਹ ਕੁਝ ਹੋਰ ਕਹਿੰਦੇ ਨੇ। ਮੈਂ ਅੰਕੜਿਆਂ ਦੇ ਉੱਤੇ ਵੀ ਨਜ਼ਰ ਮਾਰਦਾ। 2019 ਦੇ ਅੰਦਰ 48 ਦਿਨਾਂ ਦਾ ਰੋਪੜ ਰੱਖਿਆ ਗਿਆ ਸੀਗਾ ਸਟਾਕ, 35 ਦਿਨਾਂ ਦਾ ਲਹਿਰਾ ਮੁਹੱਬਤ ਰੱਖਿਆ ਗਿਆ ਸੀਗਾ। ਔਰ ਦੂਜੀ ਗੱਲ ਜਿਹੜੀ ਸਾਡੀ ਇੱਕ ਮਾਈਨ ਪੰਜਾਬ ਦੀ ਜੇ ਗੱਲ ਕਰੀਏ ਆਪਾਂ, 2015 ਤੋਂ ਪਿਛਵਾੜਾ ਮਾਈਨ ਆ ਝਾਰਖੰਡ ਦੇ ਅੰਦਰ, ਪੰਜਾਬ ਦੀ ਲਈ ਹੋਈ ਮਾਈਨ, ਉਹ ਮਾਈਨ ਬੰਦ ਪਈ ਹੈਗੀ। ਉਹ ਮਾਈਨ ਦਾ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਅੰਦਰ, ਅਤੇ ਉਹ ਮਾਈਨ ਦਾ ਰੌਲਾ ਕਾਫੀ ਵੱਡੇ ਪੱਧਰ ਦੇ ਉੱਤੇ ਪਿਆ ਹੋਇਆ ਗਾ। ਅਤੇ ਦੂਜੇ ਪਾਸੇ ਜੇ ਗੱਲ ਕਰੀਏ, ਹਾਲਾਂਕਿ ਉਹ ਸ਼ੁਰੂਆਤ ਉਹਦੀ ਹੋ ਚੁੱਕੀ ਹੈ, ਕਹਿੰਦੇ ਆਉਣਾ ਸ਼ੁਰੂ ਹੋਏਗਾ, ਮਸਲਾ ਹੁਣ ਹੱਲ ਹੋਇਆ। ਦੂਜੇ ਪਾਸੇ ਸਾਨੂੰ ਜਿਹੜੀ ਮੁੰਦਰਾ ਜਿਹੜੀ ਬੰਦਰਗਾਹ ਹੈਗੀ ਗੁਜਰਾਤ ਦੇ ਅੰਦਰ, ਉੱਥੋਂ ਸਾਨੂੰ ਜਿਹੜਾ ਟਾਟਾ, ਉਹਦੇ ਤੋਂ ਸਾਨੂੰ 475 ਮੈਗਾਵਾਟ ਬਿਜਲੀ ਦਿੰਦੇ ਸੀ। ਉਹਨਾਂ ਨੇ ਰੇਟ ਦਾ ਰੌਲਾ ਪਾਇਆ ਹੋਇਆ ਗਾ। ਉਹ ਮਸਲਾ ਵੀ ਕੋਰਟ ਚੱਲ ਰਿਹਾ। ਉਹ ਕਹਿ ਰਿਹਾ ਕਿ ਰੇਟ ਵਧਾ ਕੇ ਦਿਓ ਸਾਨੂੰ। ਉਹ ਵੀ ਸਾਡਾ ਲਗਭਗ 475 ਮੈਗਾਵਾਟ ਨਹੀਂ ਆ ਰਿਹਾ ਗਾ, ਬੰਦ ਪਿਆ ਗਾ, ਜਿਸ ਕਰਕੇ ਇਹ ਸੰਕਟ ਨੇ। ਪਰ ਸਭ ਤੋਂ ਵੱਡਾ ਸੰਕਟ ਜੇ ਪੰਜਾਬ ਦੀ ਗੱਲ ਕਰੀਏ, ਇਹ ਮਿਸਮੈਨੇਜਮੈਂਟ ਆ। ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਪ੍ਰਬੰਧ ਹੋਣਾ ਚਾਹੀਦਾ ਸੀ, ਮੈਂ ਡਾਟਾ ਦੇ ਰਿਹਾ 2019 ਦਾ, ਸਰਕਾਰ ਦੇ ਲੋਕ ਸੁਣ ਰਹੇ ਹੋਣਗੇ, ਸਰਕਾਰ ਸਰਚ ਕਰ ਲੇ ਚਾਹੇ, ਔਰ ਉਦੋਂ ਦੇ ਰਹੇ ਅਧਿਕਾਰੀ ਬਹੁਤ ਸਾਰੀਆਂ ਗੱਲਾਂ ਦੱਸ ਰਹੇ ਨੇ ਕਿ 2019 'ਚ ਵੀ ਪ੍ਰਬੰਧ ਕੀਤੇ ਗਏ ਸੀ। 48 ਦਿਨਾਂ ਦਾ ਪਿਆ ਸੀ ਸਟਾਕ। ਜਦੋਂ ਤੁਹਾਡੇ ਕੋਲ ਘੱਟ ਹੋਏਗਾ ਤਾਂ ਇਹ ਸੰਕਟ ਖੜਾ ਹੋਏਗਾ। ਇਹ ਮੈਨੇਜਮੈਂਟ ਪਹਿਲਾਂ ਕਰਨੀ ਹੁੰਦੀ ਹੈ, ਉਹ ਕੀਤੀ ਨਹੀਂ ਗਈ। ਕਹਿੰਦੇ ਨਾ ਅੱਗਾ ਦੌੜ ਪਿੱਛਾ ਚੌੜ, ਅੱਗੇ ਨੂੰ ਭੱਜੀ ਚਲੋ ਪਿੱਛੇ ਪਤਾ ਨਹੀਂ ਕੀ ਹੋ ਰਿਹਾ ਹੈਗਾ। ਇਹ ਉਹ ਸੰਕਟ ਇਸ ਕਰਕੇ ਪੰਜਾਬ ਦਾ ਜਿਹੜਾ ਮੇਜਰ ਸੰਕਟ ਹੈ ਇਸ ਕਰਕੇ। ਪਰ ਨੈਸ਼ਨਲੀ, ਕਿਉਂਕਿ ਇਹ ਸਾਰੀਆਂ ਗੱਲਾਂ ਬਾਤਾਂ ਸੀ, ਆਪਾਂ ਨੈਸ਼ਨਲ ਤੇ ਡਿਟੇਲ 'ਚ ਵੀ ਜਾਂਦੇ ਹਾਂ, ਪਰ ਮੋਟੇ ਤੌਰ ਦੇ ਉੱਤੇ ਸੰਕਟ ਇਸ ਕਰਕੇ ਖੜਾ ਹੋਇਆ ਕਿ ਜੋ ਪ੍ਰਬੰਧ ਕਰਨੇ ਸੀਗੇ, ਜੋ ਪ੍ਰਬੰਧ ਹੋਣੇ ਚਾਹੀਦੇ ਸੀਗੇ, ਉਹ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਰਕੇ ਅੱਜ ਪੰਜਾਬ ਦੇ ਅੰਦਰ ਵਿਚਾਰੇ ਤਰਾਹ ਕਰ ਰਹੇ ਨੇ। ਮੋਟਰਾਂ ਵਾਲੇ ਕਹਿ ਰਹੇ ਨੇ ਸਾਡੇ ਕੋਲ ਬਿਜਲੀ ਕਦੇ ਛੱਡ ਦਿੰਦੇ ਨੇ, ਕਦੇ ਨਹੀਂ ਛੱਡਦੇ। ਵੱਡੇ ਵੱਡੇ ਸ਼ਹਿਰਾਂ 'ਚ ਪੰਜਾਬ ਦਿਆਂ 'ਚ ਕੱਟ ਲੱਗ ਰਹੇ ਨੇ। ਰੌਲਾ ਪੰਜਾਬ ਦਾ ਵੱਡੇ ਪੱਧਰ 'ਤੇ ਸੀ ਕਿ ਬਿਜਲੀ ਸਰਪਲਸ ਸਟੇਟ ਬਣ ਚੁੱਕਿਆ ਪੰਜਾਬ। ਅਕਾਲੀ ਦਲ ਤਾਂ ਇਹ ਦਾਅਵਾ ਕਰਦਾ ਰਿਹਾ, ਪਰ ਕਾਂਗਰਸ ਵੀ ਇਹ ਕਹਿੰਦੀ ਰਹੀ ਹੈ ਕਿ ਹਾਂਜੀ ਇੱਥੇ ਤਾਂ ਇਹ ਹੋ ਗਿਆ। ਜਿਹੜੇ ਉਹ ਸਾਰੇ ਪਾਵਰ ਪਰਚੇਜ਼ ਐਗਰੀਮੈਂਟ ਹੋਏ, ਉਹਨਾਂ 'ਤੇ ਇੰਨਾ ਰੌਲਾ ਪੈਂਦਾ ਰਿਹਾ। ਉੱਤੋਂ ਟਾਟਾ ਹੋਰੀ ਕਹਿ ਰਹੇ ਹੈਗੇ ਸਾਨੂੰ ਇਹ ਦਿਓ, ਲੌਜਿਕ ਦਿੰਦੇ ਨੇ ਕਿ ਜੀ ਕੋਲਾ ਮਹਿੰਗਾ ਹੋ ਜਾਂਦਾ। ਉਹਨਾਂ ਤੋਂ ਪੁੱਛਿਆ ਜਾਂਦਾ ਕਿ ਜਦੋਂ ਕੋਲਾ ਸਸਤਾ ਹੁੰਦਾ ਕਿ ਉਦੋਂ ਬਿਜਲੀ ਸਸਤੀ ਕਰ ਦਿੰਦੇ ਹੋ ਤੁਸੀਂ? ਉਦੋਂ ਵੀ ਤਾਂ ਮਹਿੰਗੀ ਵੇਚਦੇ ਹੋ ਨਾ। ਜਦੋਂ ਸਸਤੀ ਹੁੰਦੀ ਹੈ ਕਿ ਤੁਸੀਂ ਬਿਜਲੀ ਮਤਲਬ ਕੋਲਾ ਸਸਤਾ ਹੋ ਗਿਆ ਕਿ ਬਿਜਲੀ ਸਸਤੀ ਹੋਈ। ਆਪਾਂ ਦੇਖਦੇ ਹਾਂ ਬੈਰਲ ਡਾਲਰ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਇੰਟਰਨੈਸ਼ਨਲ ਮਾਰਕੀਟ ਸਸਤੇ ਹੁੰਦੇ ਨੇ, ਕੀ ਪੈਟਰੋਲ ਡੀਜ਼ਲ ਸਸਤਾ ਹੋ ਜਾਂਦਾ? ਨਹੀਂ ਹੁੰਦਾ। ਇਸ ਕਰਕੇ ਇਹ ਵੀ ਸਾਰੀ ਗੇਮ ਆ ਗਈ। ਪਰ ਅਲਟੀਮੇਟ ਜਿਹੜਾ ਸੱਚ ਆ ਪੰਜਾਬ ਦੇ ਸੰਕਟ ਦਾ, ਉਹ ਇਹ ਹੈ ਕਿ ਇੱਥੇ ਮਿਸਮੈਨੇਜਮੈਂਟ ਆ। ਟੈਕਨੋਕਰੇਟ ਜਦੋਂ ਤੱਕ ਨਹੀਂ ਸਾਂਭਣਗੇ ਇਹਨਾਂ ਗੱਲਾਂ ਨੂੰ, ਪੋਲੀਟੀਕਲ ਲੀਡਰਾਂ ਦੀ ਜਦੋਂ ਇੰਟਰਵੈਂਸ਼ਨ ਹੋਏਗੀ ਅਤੇ ਅਫਸਰਾਂ ਦੀ ਇੰਟਰਵੈਂਸ਼ਨ ਹੋਏਗੀ। ਟੈਕਨੋਕਰੇਟ ਜਿਹੜਾ ਹੁੰਦਾ ਨਾ, ਉਹ ਟੈਕਨੀਕਲ ਇਸ਼ੂ ਨੂੰ ਸਮਝਦਾ ਹੁੰਦਾ। ਬਿਜਲੀ ਵਾਲੇ ਮਸਲੇ ਇਹ ਸਾਰੇ ਟੈਕਨੀਕਲ ਮਸਲੇ ਨੇ, ਇਹਨਾਂ ਦੇ ਉੱਤੇ ਸਮਝ ਹੋਣੀ ਚਾਹੀਦੀ ਹੈਗੀ।
ਉਹ ਸਮਝ ਦੀ ਥਾਂ ਅਫਸਰ ਇਹਨੂੰ ਡੀਲ ਕਰਦੇ ਨੇ, IAS ਅਫਸਰ ਜਾਂ ਪੋਲੀਟੀਕਲ ਲੋਕ। ਉਹਦਾ ਨਤੀਜਾ ਇਹ ਆ ਕਿ ਪੋਲੀਟੀਕਲ ਲੋਕਾਂ ਤੇ ਅਫਸਰਾਂ ਨੇ ਇਸ ਸੰਕਟ 'ਚ ਲਿਆ ਕੇ ਪੰਜਾਬ ਨੂੰ ਖੜਾ ਕਰ ਦਿੱਤਾ। ਇੱਕ ਪਾਸੇ ਤਾਂ ਅਲਰਟ ਜਾਰੀ ਕੀਤੇ ਜਾ ਰਹੇ ਨੇ, ਸੂਬਿਆਂ ਕੋਲੇ ਬਿਜਲੀ ਘੱਟ ਆ, ਪੰਜਾਬ ਦੇ ਮੁੱਖ ਮੰਤਰੀ ਨੇ ਕੋਇਲੇ ਦੀ ਮੰਗ ਕੀਤੀ ਆ, ਦਿੱਲੀ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਆ। ਇੱਕ ਪਾਸੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਕੇਂਦਰੀ ਊਰਜਾ ਮੰਤਰੀ ਆਖਦੇ ਨੇ ਕਿ ਅਜਿਹਾ ਕੁਝ ਨਹੀਂ ਆ, ਸਾਡੇ ਕੋਲੇ 24 ਦਿਨਾਂ ਦਾ ਕੋਲਾ। ਤਾਂ ਜਿਹੜਾ ਰਾਸ਼ਟਰੀ ਪੱਧਰ ਤੇ ਸੰਕਟ ਨੂੰ ਕਿਵੇਂ ਦੇਖਿਆ? ਪੋਲੀਟੀਕਲ ਸਟੇਟਮੈਂਟ ਆ ਨਾ ਇਹ ਤਾਂ। ਪੋਲੀਟੀਕਲ ਸਟੇਟਮੈਂਟਾਂ ਦੇ ਹੀ ਚਲੋ ਤੁਸੀਂ ਕਦੇ ਕਹਿ ਦਿੰਦੇ ਹੋ ਮੌਨਸੂਨ ਕਰਕੇ ਹੋ ਗਿਆ, ਕਦੇ ਜਿਵੇਂ ਪ੍ਰਧਾਨ ਮੰਤਰੀ ਮੋਦੀ ਦੀਆਂ ਡੀਮੋਨੇਟਾਈਜੇਸ਼ਨ ਦੇ ਟਾਈਮ ਸਟੇਟਮੈਂਟਾਂ ਦੇਖ ਲਓ, ਇੱਕ ਤੋਂ ਬਾਅਦ ਇੱਕ। ਕਦੇ ਕਹੇ ਜੀ ਅੱਤਵਾਦ ਖਤਮ ਕਰਨ ਦੇ ਲਈ ਕੀਤਾ, ਕਦੇ ਕਹਿ ਨਕਸਲਵਾਦ ਖਤਮ ਕਰਨ ਲਈ ਕੀਤਾ, ਕਦੇ ਕਹਿੰਦੇ ਨਸ਼ਾ ਖਤਮ ਕਰਨ ਲਈ ਕੀਤਾ, ਕਦੇ ਕਹਿੰਦੇ ਚਿੱਪ ਹੋਊਗੀ, ਕਿਸੇ ਨੇ ਕਿਹਾ, ਪੱਤਰਕਾਰੀ ਕਹਿਣ ਲੱਗੇ ਸੀ ਚਿੱਪ ਹੋਊਗੀ, ਕਦੇ ਕਹਿ ਦਿੱਤਾ ਗਿਆ ਮੇਰਾ ਜੇ ਨਾ ਸੰਕਟ ਹੱਲ ਹੋਇਆ ਤਾਂ ਮੈਂ ਆਪਦਾ, ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀਗਾ ਕਿ ਮੈਂ ਚੁਰਾਹੇ 'ਚ ਖੜਾ ਹੋ ਜਾਊਂਗਾ, ਮੈਨੂੰ ਜੋ ਮਰਜ਼ੀ ਕਰ ਲਿਓ। ਉਹ ਪੋਲੀਟੀਕਲ ਸਟੇਟਮੈਂਟਾਂ ਹੁੰਦੀਆਂ ਨੇ। ਕ੍ਰਾਈਸਿਸ ਹੈ ਅਸਲ ਸਭ ਤੋਂ ਵੱਡਾ ਸੰਕਟ ਹੈ ਜਿਹੜਾ ਇਹਨਾਂ ਨੇ ਬਾਹਰੋਂ ਕੋਲਾ ਨਹੀਂ ਮੰਗਵਾਇਆ, ਉਹ ਵੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਔਰ ਉਹਦੀ ਮੈਨੇਜਮੈਂਟ ਹੋਣਾ ਵੀ ਜ਼ਰੂਰੀ ਸੀਗਾ। ਉਹ ਸੰਕਟ ਇਹਨਾਂ ਨੇ ਇਸ ਕਰਕੇ ਖੜਾ ਹੋਇਆ ਕਿ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਸੰਕਟ ਹੈਗਾ, ਦੇਖੋ ਸਟੇਟਾਂ 'ਚ ਤਾਂ ਹੀ ਜਾਣਾ ਹੁੰਦਾ ਨਾ। ਦੂਸਰੀ ਗੱਲ ਕੀ ਹੈ, ਜਦੋਂ ਚੋਣਾਂ ਆਉਂਦੀਆਂ ਨੇ, ਜਿਹੜੀਆਂ ਸਟੇਟਾਂ ਚੋਣਾਂ ਹੁੰਦੀਆਂ ਨੇ ਉੱਥੇ ਇਹ ਬਿਜਲੀ ਵਾਧੂ ਕਰ ਦਿੰਦੇ ਨੇ। ਇਹ ਸੰਕਟ ਇਸ ਕਰਕੇ ਵੀ ਹੈ ਨੈਸ਼ਨਲੀ ਜੇ ਦੇਖੋ, ਕਿਉਂਕਿ ਉੱਤਰ ਪ੍ਰਦੇਸ਼ 'ਚ ਚੋਣਾਂ ਨੇ, BJP ਦੀ ਸਰਕਾਰ ਉੱਤਰ ਪ੍ਰਦੇਸ਼ 'ਚ, BJP ਦੀ ਸਰਕਾਰ ਕੇਂਦਰ 'ਚ, ਤਾਂ ਉੱਥੇ ਕੋਟਾ ਵਧਾਇਆ ਹੋਇਆ ਹੈਗਾ ਉੱਤਰ ਪ੍ਰਦੇਸ਼ ਦੇ ਅੰਦਰ। ਜਦੋਂ ਚੋਣਾਂ ਆਉਂਦੀਆਂ ਨੇ ਉਹਨਾਂ ਰਾਜਾਂ ਦੇ ਅੰਦਰ ਜਿੱਥੇ ਖਾਸ ਤੌਰ 'ਤੇ ਸੈਂਟਰ 'ਚ ਗਵਰਨਮੈਂਟ ਹੁੰਦੀ ਹੈ, ਇਹ ਵੀ ਇੱਕ ਸੰਕਟ ਆ, ਯਾਨੀ ਪੋਲੀਟੀਕਲ ਮੈਨੀਪੂਲੇਸ਼ਨ ਵੀ ਹੈ ਇਹਦੇ 'ਚ। ਪਰ ਅਲਟੀਮੇਟ ਸੰਕਟ ਇਸ ਕਰਕੇ ਆ ਕਿ ਪਾਵਰ ਦਾ ਸੰਕਟ, ਜਿਸ ਤਰੀਕੇ ਦੇ ਨਾਲ ਕੋਲਾ ਲਿਆਉਣਾ ਸੀਗਾ, ਜਿਸ ਤਰੀਕੇ ਨਾਲ ਪ੍ਰਬੰਧ ਕਰਨੇ ਸੀ, ਮੈਨੇਜਮੈਂਟ ਜੋ ਕਰਨੀ ਸੀ, ਜੋ ਪ੍ਰਬੰਧ ਕਰਨਾ ਸੀ, ਸਹੀ ਪ੍ਰਬੰਧ ਹੋਣੇ ਸੀ, ਉਹਨਾਂ ਦੀ ਥਾਂ ਪ੍ਰਬੰਧ ਕੀਤੇ ਹੀ ਨਹੀਂ ਗਏ। ਯਾਨੀ 23 ਦਿਨਾਂ ਦਾ ਉਹ ਕਹਿ ਰਹੇ ਨੇ, 23 ਸੰਕਟ ਦਾ ਇੱਥੇ ਵੀ ਹੈ, 23 ਦਿਨਾਂ ਦਾ ਪੰਜਾਬ ਦੇ ਅੰਦਰ ਵੀ ਹੈ। ਅਸਲ 'ਚ ਜੂਨ ਮਹੀਨੇ ਦੇ ਅੰਦਰ ਹੀ ਇਹ ਪਲੈਨਿੰਗ ਹੋਣੀ ਚਾਹੀਦੀ ਹੈਗੀ, ਯਾਨੀ ਪਲੈਨਿੰਗ ਹੋ ਕੇ ਉਦੋਂ ਤੱਕ ਇਹ ਤੈਅ ਹੋਣਾ ਚਾਹੀਦਾ ਕਿ ਕਿੰਨਾ ਕੋਲ ਅਗਲੀ ਸਾਡੀ 6 ਮਹੀਨਿਆਂ ਦੀ ਸਾਲ ਦੀ ਪਲੈਨਿੰਗ ਕੀ ਆ। ਉਹ ਤਾਂ ਕਿਤੇ ਹੁੰਦੀ ਨਹੀਂ ਗੀ। ਨੈਸ਼ਨਲੀ ਵੀ ਇਹ ਦੇਖਣ ਨੂੰ ਮਿਲ ਰਿਹਾ, ਤੇ ਜਦੋਂ ਹੀ ਕਦੇ ਇੰਟਰਨੈਸ਼ਨਲ ਮਾਰਕੀਟ 'ਚ ਥੋੜ੍ਹੀ ਬਹੁਤੀ ਹਿਲਜੁਲ ਹੁੰਦੀ ਹੈ, ਉਸ ਤੋਂ ਬਾਅਦ ਇਹ ਸਾਰੇ ਸੰਕਟ ਖੜੇ ਹੁੰਦੇ ਨੇ। ਇਸੇ ਕਰਕੇ ਹੀ ਕੌਮੀ ਪੱਧਰ ਦੇ ਉੱਤੇ ਵੀ ਇਹ ਸੰਕਟ ਛਾਇਆ ਹੋਇਆ। ਆਪਣੀ ਸਟੇਟ 'ਚ ਹੀ ਨਹੀਂ, ਬਹੁਤ ਸਾਰੀਆਂ ਹੋਰ ਸਟੇਟਾਂ ਦੇ ਅੰਦਰ ਵੀ ਬਿਜਲੀ ਦਾ ਸੰਕਟ ਹੈਗਾ ਜੀ। ਤਾਂ ਅਸੀਂ ਗੱਲ ਕੀਤੀ ਟਾਟਾ ਦੀ ਬਜਾਏ ਜੇ ਹੋਰ ਵੀ ਪ੍ਰਾਈਵੇਟ ਪਲੇਅਰਸ ਦੀ ਗੱਲ ਕੀਤੀ ਹੈ ਤਾਂ ਪ੍ਰਾਈਵੇਟ ਪਲੇਅਰਸ ਇਹਨਾਂ ਦੇ ਵਿੱਚ ਕੀ ਭੂਮਿਕਾ ਤੇ ਇਸ ਸਿਚੁਏਸ਼ਨ ਨੂੰ ਕਿਵੇਂ ਮੈਨੀਪੂਲੇਟ ਕਰਦੇ ਨੇ? ਦੇਖੋ ਪ੍ਰਾਈਵੇਟ ਪਲੇਅਰ ਸ਼ੋਸ਼ਣ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜਿਵੇਂ ਮੰਨ ਲਓ ਪਿਆਜ਼ ਮਹਿੰਗਾ ਕਿਵੇਂ ਕਰਨਾ ਮਾਰਕੀਟ 'ਚ, ਯਾਨੀ ਪਿਆਜ਼ ਕਹਿ ਦਿੰਦੇ ਹੈ ਨਹੀਂਗਾ, ਉਸ ਤੋਂ ਬਾਅਦ 100 ਰੁਪਏ ਕਿਲੋ ਆਪਾਂ ਦੇਖਿਆ, 200 ਰੁਪਏ ਕਿਲੋ ਚੀਜ਼ਾਂ ਵਿਕਣ ਲੱਗ ਜਾਂਦੀਆਂ ਨੇ। ਇਸੇ ਤਰੀਕੇ ਨਾਲ ਇਹ ਹੈ ਕਿ ਪ੍ਰਾਈਵੇਟ ਪਲੇਅਰ, ਪਹਿਲੀ ਗੱਲ ਤਾਂ ਪ੍ਰਾਈਵੇਟ ਪਲੇਅਰ ਇੱਥੇ ਜਿਹੜੇ ਪੰਜਾਬ ਦੇ ਅੰਦਰ ਨੇ ਉਹਨਾਂ ਨੇ ਕਿਉਂ ਮੈਨੇਜ ਨਹੀਂ ਕੀਤਾ, ਸਰਕਾਰ ਉਹਨਾਂ 'ਤੇ ਕਿਉਂ ਕਾਰਵਾਈ ਨਹੀਂ ਕਰਦੀ। ਨਵਜੋਤ ਸਿੱਧੂ ਨੇ ਵੀ ਕਿਹਾ ਹੈਗਾ ਕਿ ਪ੍ਰਾਈਵੇਟ ਪਲੇਅਰਾਂ ਦੇ ਉੱਤੇ ਤੁਸੀਂ ਡੰਡਾ ਰੱਖੋ ਕਿ ਬਾਈ ਤੁਸੀਂ ਕਿਉਂ, ਤੁਹਾਡੇ ਨਾਲ ਸਾਡੇ ਐਗਰੀਮੈਂਟ ਨੇ, ਤੁਹਾਡੇ ਨਾਲ ਸਾਰੀ ਗੱਲ ਹੈ, ਜੇ ਸਾਡੀ ਸਟੇਟ ਨੂੰ ਬਿਜਲੀ ਨਹੀਂ ਮਿਲਣੀ ਠੀਕ ਤਰੀਕੇ ਦੇ ਨਾਲ ਜਾਂ ਪ੍ਰਬੰਧ ਹੀ ਠੀਕ ਨਹੀਂ ਹੋਣੇ ਤਾਂ ਕਿਉਂ ਨਹੀਂ। ਪ੍ਰਾਈਵੇਟ ਪਲੇਅਰ ਇਹ ਵੀ ਕਰਦੇ ਨੇ ਕਿ ਮਤਲਬ ਓਵਰਆਲ ਸੰਕਟ ਖੜਾ ਕਰ ਦਿਓ, ਉਹਦਾ ਬਿਜਲੀ ਮਹਿੰਗੀ ਕਰ ਦਿਓ। ਬਿਜਲੀ ਮਹਿੰਗੀ ਕਿਵੇਂ ਹੋਊਗੀ ਜੇ ਤੁਸੀਂ ਦਿਖਾਓਗੇ ਬਿਜਲੀ ਦਾ ਸੰਕਟ ਆਗਾ ਜੀ, ਔਰ ਕਿੰਨਾ ਅੱਗੇ ਤੁਸੀਂ ਸਪਲਾਈ ਕਰ ਦਿਓ। ਇੱਥੇ ਤਾਂ ਕਰਦੇ ਨੇ ਕਿ ਆਲੇ ਦੁਆਲੇ ਸਪਲਾਈ ਬਿਜਲੀ ਹਰ ਥਾਂ ਹੁੰਦੀ ਹੈਗੀ। ਇਸ ਕਰਕੇ ਇਹ ਸੰਕਟ ਇਸ ਕਰਕੇ ਵੀ ਦਿਖਾਏ ਜਾਂਦੇ ਨੇ ਕਿ ਪ੍ਰਾਈਵੇਟ ਪਲੇਅਰ ਹਰ ਥਾਂ ਤੋਂ ਆਪਣਾ ਐਕਸਪਲਾਈਟੇਸ਼ਨ ਭਾਲਦਾ, ਹਰ ਥਾਂ ਦੇ ਉੱਤੋਂ ਸ਼ੋਸ਼ਿਤ ਕਰਨਾ ਚਾਹੁੰਦਾ, ਉਸ ਸਿਸਟਮ ਨੂੰ ਸ਼ੋਸ਼ਣ ਕਰਦਾ ਉਸ ਸਿਸਟਮ ਦਾ। ਇਸ ਕਰਕੇ ਇਹ ਸੰਕਟ ਇਸ ਕਰਕੇ ਵੀ ਹੈ। ਅਤੇ ਪ੍ਰਾਈਵੇਟ ਪਲੇਅਰਾਂ ਦੀ ਆਪਾਂ ਗੱਲ ਕਰੀਏ, ਜਿਵੇਂ ਟਾਟਾ ਵਾਲੀ ਗੱਲ ਵੀ ਆਪਾਂ ਕਰ ਰਹੇ ਹਾਂ, ਹੋਰ ਜਿੰਨੀਆਂ ਪੰਜਾਬ 'ਚ ਕੰਪਨੀਆਂ ਨੇ ਰੌਲਾ ਇਹ ਪਾਉਂਦੀਆਂ ਨੇ ਕਿ ਸਾਨੂੰ ਹੋਰ ਅਜੇ ਰਾਹਤਾਂ ਦਿਓ। ਜਿਵੇਂ ਮੈਂ ਕਹਿੰਦਾ ਕਿ ਜਦੋਂ ਕੋਲਾ ਸਸਤਾ ਹੁੰਦਾ ਕਿ ਬਿਜਲੀ ਸਸਤੀ ਕਰ ਦਿੰਦੇ ਨੇ, ਕੋਲਾ ਮਹਿੰਗਾ ਹੋ ਰਿਹਾ ਉਦੋਂ ਕਹਿੰਦੇ ਜੀ ਆ ਪੰਜਾਬ ਦੇ ਨਾਲ ਜਿਹੜਾ ਪੰਗਾ ਚੱਲ ਰਿਹਾ ਹੈਗਾ ਟਾਟਾ ਹੋਰਾਂ ਦਾ, ਜਿਹੜੀ 475 ਮੈਗਾਵਾਟ ਸਾਨੂੰ ਦਿੰਦਾ ਸੀ ਟਾਟਾ ਮੁਦਰਾ ਤੋਂ, ਉੱਥੋਂ ਸਾਡੇ ਕੋਲ ਆਈ ਨਹੀਂ ਰਹੀ ਅਤੇ ਕਹਿ ਰਹੇ ਨੇ ਕਿ ਅਸੀਂ ਇਹਦੇ 'ਤੇ ਕੀ ਉਹ ਕਰੀਏ। ਇਸੇ ਕਰਕੇ ਲਗਾਤਾਰ ਇਹ ਸੰਕਟ ਪੈਦਾ ਹੋ ਰਿਹਾ। ਅਤੇ ਪ੍ਰਾਈਵੇਟ ਪਲੇਅਰ ਇੱਕ ਨਹੀਂ, ਜਿੰਨੇ ਵੀ ਇਹ ਪ੍ਰਾਈਵੇਟ ਪਲੇਅਰ ਨੇ ਇਹਨਾਂ ਸਾਰਿਆਂ ਦਾ ਕੰਮ ਇਹੀ ਆ। ਅਸਲ 'ਚ ਪੂਰੀ ਦੁਨੀਆ ਦੇ ਅੰਦਰ ਹੀ ਪ੍ਰਾਈਵੇਟ ਸਿਸਟਮ ਕੋਈ ਮਾੜਾ ਨਹੀਂ ਹੈ, ਪ੍ਰਾਈਵੇਟ ਨਾ ਆਵੇ ਆਪਾਂ ਇਹ ਨਹੀਂ ਕਹਿੰਦੇ, ਪ੍ਰਾਈਵੇਟ ਪਲੇਅਰ ਆਉਣ, ਪਰ ਬੈਲੈਂਸ ਹੋਣਾ ਚਾਹੀਦਾ। ਉਹਦੀ ਰੈਗੂਲੇਸ਼ਨ ਸਰਕਾਰ ਕੋਲ ਹੋਣੀ ਚਾਹੀਦੀ ਹੈ, ਉਹਦੇ 'ਤੇ ਸਰਕਾਰ ਦਾ ਡੰਡਾ ਹੋਣਾ ਚਾਹੀਦਾ, ਯਾਨੀ ਸਰਕਾਰ ਦਾ ਧਿਆਨ ਹੋਵੇ ਉਸ ਗੱਲ ਦੇ ਉੱਤੇ, ਪੂਰੀ ਰੈਗੂਲੇਸ਼ਨ ਹੋਵੇ। ਕੋਈ ਪ੍ਰਾਈਵੇਟ ਪਲੇਅਰ ਸਾਨੂੰ ਚਾਹੇ ਉਹ ਕਿਸੇ ਵੀ ਫੀਲਡ 'ਚ, ਚਾਹੇ ਐਜੂਕੇਸ਼ਨ 'ਚ, ਚਾਹੇ ਆਪਾਂ ਦੇਖ ਰਹੇ ਹਾਂ ਹੈਲਥ 'ਚ ਬਹੁਤ ਵੱਡੇ ਪੱਧਰ 'ਤੇ ਪ੍ਰਾਈਵੇਟ ਪਲੇਅਰ ਆਇਆ, ਚਾਹੇ ਪਾਵਰ 'ਚ ਆਇਆ, ਟਰਾਂਸਪੋਰਟ 'ਚ ਆਇਆ, ਜਿਹੜੇ ਵੀ ਸਿਸਟਮ ਪ੍ਰਾਈਵੇਟ ਪਲੇਅਰ ਆਇਆ ਉਹਦੇ 'ਤੇ ਸ਼ਿਕੰਜਾ ਕੱਸਣ ਦੀ ਲੋੜ ਆ। ਇਹ ਨਹੀਂਗਾ ਕਿ ਉਹ ਇਹ ਸੰਕਟ ਦਿਖਾ ਕੇ ਸਾਰੇ ਮਸਲਿਆਂ ਦੇ ਅੰਦਰ ਆਪਦੀ ਮਨਮਰਜ਼ੀਆਂ ਕਰੇ। ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਇੱਥੇ, ਜਿਨ੍ਹਾਂ ਨੇ ਇੰਨੇ ਵੱਡੇ ਪੱਧਰ 'ਤੇ ਸਾਡੇ ਸਿਸਟਮ ਨੂੰ ਐਕਸਪਲਾਈਟ ਕੀਤਾ, ਕਿ ਪੰਜਾਬ ਸਰਕਾਰ ਉਹਨਾਂ ਤੋਂ ਪੁੱਛੇਗੀ ਕਿ ਭਾਈ ਤੁਹਾਡੇ ਕੋਲ ਸੰਕਟ ਕਿਉਂ ਆ? ਉਹਨਾਂ ਨੇ ਤਾਂ ਪ੍ਰਬੰਧ ਕਰਨਾ ਸੀ ਨਾ ਸਾਰੀਆਂ ਚੀਜ਼ਾਂ ਦਾ। ਤਾਂ ਇਹ ਜਿਹੜੇ ਪ੍ਰਬੰਧ ਨਹੀਂ ਕੀਤੇ ਜਾਂਦੇ ਉਹ ਵੀ ਸੈਟਿੰਗਾਂ ਜਿਹੜੀਆਂ ਸਰਕਾਰ ਦੇ ਨਾਲ, ਅਫਸਰਾਂ ਦੇ ਨਾਲ, ਪੋਲੀਟੀਕਲ ਲੋਕਾਂ ਦੇ ਨਾਲ ਸੈਟਿੰਗਾਂ ਹੁੰਦੀਆਂ ਨੇ ਇਹਨਾਂ ਦੀ।
ਸਭ ਜਦੋਂ ਐਮਓਜੀ ਸਾਈਨ ਹੁੰਦਾ ਸਭ ਹਿੱਸੇਦਾਰੀਆਂ ਹੁੰਦੀਆਂ ਨੇ, ਇੱਕ ਤੋਂ ਲੈ ਕੇ ਥੱਲੇ ਤੱਕ ਸਭ ਓਕੇ ਹੋਇਆ ਹੁੰਦਾ ਕੰਮ, ਪੁੱਛਣਾ ਹੀ ਨਹੀਂ ਕਿਸੇ ਨੂੰ। ਉਦੋਂ ਬਾਅਦ ਸਿਸਟਮ ਚਲਾਉਂਦੇ ਨੇ, ਸਾਰਾ ਕੁਝ ਐਂ ਚੱਲਦਾ। ਪੰਜਾਬ ਦੇ ਅੰਦਰ ਜਦੋਂ ਹੋਣਾ ਹੈਗਾ ਉੱਪਰ ਤੋਂ ਲੈ ਕੇ ਥੱਲੇ ਤੱਕ ਕਿੰਨੇ ਪੈਸੇ ਕਿੱਥੇ ਜਾਣੇ ਨੇ ਸਭ ਤੈਅ ਹੁੰਦਾ। ਇਸ ਕਰਕੇ ਕੋਈ ਪੁੱਛਦਾ ਨਹੀਂ ਇਹਨਾਂ ਨੂੰ, ਕੋਈ ਕਾਰਵਾਈ ਨਹੀਂ ਕਰਦਾ। ਨਹੀਂ ਤਾਂ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ। ਅਸੀਂ ਨਹੀਂ ਕਹਿੰਦੇ ਕਿ ਪ੍ਰਾਈਵੇਟ ਪਲੇਅਰਾਂ ਨੂੰ ਉਤਸ਼ਾਹਿਤ ਨਾ ਕਰੋ, ਉਹਨਾਂ ਨੂੰ ਨਾ ਅੱਗੇ ਲੈ ਕੇ ਉਹਨਾਂ ਤੋਂ ਨਿਵੇਸ਼ ਨਾ ਕਰਵਾਓ, ਹੈ ਨਾ। ਇਹ ਦੁਨੀਆ ਦਾ ਗਲੋਬਲ ਜਿਹੜਾ ਉਹ ਬਣ ਚੁੱਕਿਆ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਆ ਰਹੇ ਨੇ ਪ੍ਰਾਈਵੇਟ ਪਲੇਅਰ, ਹੋਣੇ ਚਾਹੀਦੇ ਨੇ, ਕੋਈ ਮਸਲਾ ਨਹੀਂ। ਪਰ ਉਹਨਾਂ ਨੂੰ ਤੁਸੀਂ ਇਹ ਤਾਂ ਕਰ ਸਕਦੇ ਹੋ ਜਿਵੇਂ ਐਜੂਕੇਸ਼ਨ ਅਸੀਂ ਕਹਿੰਦੇ ਹੈਗੇ ਕਿ ਕੁਆਲਿਟੀ ਐਜੂਕੇਸ਼ਨ ਹੋਵੇ, ਕੁਆਂਟਿਟੀ ਨਹੀਂ ਕੁਆਲਿਟੀ ਐਜੂਕੇਸ਼ਨ, ਉਹਦੀ ਕੋਈ ਰੈਗੂਲੇਸ਼ਨ ਹੋਵੇ। ਇਹ ਨਹੀਂਗਾ ਕਿ ਆਪਣੇ ਤਰੀਕੇ ਨਾਲ ਹੀ ਸਾਰਾ ਕੁਝ ਕਰੀ ਜਾਣ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਪਰ ਸਰਕਾਰਾਂ ਦੇ ਮੰਤਰੀ, ਅਫਸਰ, ਲੀਡਰ ਇਹਨਾਂ ਨਾਲ ਸੈਟਿੰਗਾਂ ਕਰ ਲੈਂਦੇ ਨੇ, ਸੈਟਿੰਗਾਂ ਕਰਕੇ ਆਪਦਾ ਉਹ ਕਰਦੇ, ਇਹ ਉਹਦੇ 'ਚੋਂ ਫਿਰ ਇਹ ਸਾਰਾ ਕੁਝ ਨਿਕਲਦਾ।